ਸੋ ਅੱਜ ਸਾਡੇ ਨਾਲ ਨੇ ਸੁਨੀਤਾ ਧੀਰ ਜੀ, ਜਿਹੜੇ ਕਿ ਨੇ ਵੈਂਕੂਵਰ ਲੰਗਾਰਾ ਦੇ MLA। ਸੋ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ। ਕੀ ਹਾਲ ਚਾਲ ਹੈ ਜੀ? ਬਿਲਕੁਲ ਠੀਕ ਠਾਕ ਜੀ। ਥੈਂਕ ਯੂ ਸੋ ਮਚ ਫॉर ਕਮਿੰਗ ਟੂ ਮਾਈ ਆਫਿਸ ਐਂਡ ਮੀਟਿੰਗ ਵਿਦ ਮੀ। No, ਵੈਸੇ ਲਵਲੀ ਆਫਿਸ। ਥੈਂਕ ਯੂ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਤੁਹਾਡੀ ਜਰਨੀ ਦੀ। ਬਹੁਤ ਸਾਰੇ ਲੋਕ ਤੁਹਾਨੂੰ ਐਜ਼ ਅ ਪੋਲੀਟੀਸ਼ੀਅਨ ਜਾਣਦੇ ਆ, ਔਰ ਰੀਸੈਂਟਲੀ ਤੁਸੀਂ 2024 'ਚ, ਇਫ ਆਈ ਐਮ ਨਾਟ ਰੋਂਗ, ਤੁਸੀਂ MLA ਕੁਆਲੀਫਾਈ ਕੀਤੇ ਸੀਗੇ। ਸੋ ਥੋੜ੍ਹਾ ਜਿਹਾ ਤੁਹਾਡੀ ਜਰਨੀ ਬਾਰੇ ਜਾਣਾਂਗੇ। ਪਹਿਲਾਂ ਤਾਂ ਤੁਸੀਂ ਕਿੱਥੋਂ ਹੈਗੇ ਹੋ ਪੰਜਾਬ ਤੋਂ? ਮੈਂ ਜਗਰਾਓਂ ਦੀ ਹਾਂ ਜੀ। ਜਗਰਾਓਂ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਆ। ਠੀਕ। ਐਂਡ ਇਟਸ ਵੈਰੀ ਐਕਚੁਅਲੀ ਹਿਸਟੋਰਿਕ। ਥੋੜੀ ਹਿਸਟਰੀ ਬਾਰੇ ਵੀ ਦੱਸੋ, ਜਿਹੜੇ ਲੋਕਾਂ ਨੂੰ ਵੈਨਕੂਵਰ ਦਿਆਂ ਨੂੰ ਨਹੀਂ ਪਤਾ। ਜਗਰਾਵਾਂ ਦੇ ਵਿੱਚ ਇੱਕ ਤਾਂ ਬਾਬਾ ਮੋਹਕਮਦੀਨ ਦੀ ਸਮਾਧ ਹੈ, ਜਿੱਥੇ ਕਾਫੀ ਮੇਲਾ ਲੱਗਦਾ। ਜਗਰਾਓਂ ਦੀ ਰੋਸ਼ਨੀ ਤਾਂ ਵਰਲਡ ਫੇਮਸ ਹੀ ਹੈ। ਤੁਸੀਂ ਸ਼ਾਇਦ ਸੁਣਿਆ ਵੀ ਹੋਵੇ ਪੰਜਾਬੀ ਗਾਣਿਆਂ ਦੇ ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ। ਤੇ ਰੋਸ਼ਨੀ ਦੇ ਮੇਲੇ ਵਾਲੇ ਸ਼ਹਿਰ ਜਗਰਾਵਾਂ ਦੀ ਹੈ ਜੀ ਮੈਂ ਤਾਂ। ਤੇ ਕੈਨੇਡਾ ਆਉਣ ਦਾ ਕਦੋਂ ਤੁਹਾਡਾ ਪ੍ਰੋਗਰਾਮ ਬਣਿਆ? ਮੇਰੀ ਜਦੋਂ ਸ਼ਾਦੀ ਹੋਈ 1992 ਦੇ ਵਿੱਚ, ਉਦੋਂ ਸ਼ਾਦੀ ਕਰਾ ਕੇ ਮੈਂ ਵੈਨਕੂਵਰ ਆਈ ਸੀ ਪਹਿਲੀ ਵਾਰੀ। ਐਂਡ ਆਈ ਡੋਂਟ ਹੈਵ ਐਨੀ ਅਦਰ ਫੈਮਿਲੀ ਹੂ ਵਾਸ ਲਿਵਿੰਗ ਹੀਅਰ ਬਿਫੋਰ ਮੀ। ਸੋ ਯੂਰ ਹਸਬੈਂਡ ਵਾਸ ਫਰਮ ਹੀਅਰ? ਹਾਂਜੀ, ਮੇਰੇ ਹਸਬੈਂਡ ਛੋਟੇ ਹੁੰਦੇ ਆਏ ਹੋਏ ਸੀ। ਓਕੇ, ਨਾਈਸ। ਸੋ ਵੈਨਕੂਵਰ 92 'ਚ ਕਿਹੋ ਜਿਹਾ ਸੀਗਾ? ਵੈਨਕੂਵਰ 92 ਦੇ ਵਿੱਚ ਕਾਫੀ ਡਿਫਰੈਂਟ ਸੀਗਾ। ਜਿੱਥੇ ਹੁਣ ਆਪਾਂ ਬੈਠੇ ਹਾਂ ਪੰਜਾਬੀ ਮਾਰਕੀਟ ਦੇ ਵਿੱਚ, ਇਹ ਤਾਂ ਬਹੁਤ ਹੈਪਨਿੰਗ ਏਰੀਆ ਸੀਗਾ, ਬਿਕਾਜ਼ ਉਦੋਂ ਸਰੀ ਦੇ ਵਿੱਚ ਕੁਛ ਨਹੀਂ ਸੀ ਹੁੰਦਾ ਜ਼ਿਆਦਾ। ਸੋ ਹੁਣ ਤਾਂ ਸਰੀ ਦੇ ਵਿੱਚ ਐਡੇ ਵੱਡੇ ਵੱਡੇ ਪਲਾਜ਼ਾਸ ਬਣ ਗਏ, ਸ਼ਾਪਿੰਗ ਸੈਂਟਰਸ ਬਣ ਗਏ। ਅੱਗੇ ਮੋਸਟਲੀ ਸਾਰੇ ਪੰਜਾਬੀ ਸ਼ਾਪਿੰਗ ਕਰਨ ਇੱਥੇ ਹੀ ਆਉਂਦੇ ਹੁੰਦੇ ਸੀਗੇ, ਗਹਿਣਿਆਂ ਦੀ, ਕੱਪੜਿਆਂ ਦੀ। ਬੜੇ ਵੱਡੇ ਵੱਡੇ ਇੱਥੇ ਸਟੋਰ ਹੁੰਦੇ ਸੀ, ਰੈਸਟੋਰੈਂਟ ਹੁੰਦੇ ਸੀਗੇ। ਹੁਣ ਵੀ ਹੈਗੇ ਆ, ਬਟ ਹੁਣ ਥੋੜੇ ਜਿਹੇ ਘੱਟ ਆ। ਤਦ ਵੀ ਕਿਆ ਆਹ ਵਾਲੀ ਮਾਰਕੀਟ ਨੂੰ ਪੰਜਾਬੀ ਮਾਰਕੀਟ ਕਹਿੰਦੇ ਹੁੰਦੇ ਸੀਗੇ, ਹਜੇ ਹੀ ਨਾਮ ਪਿਆ? ਹਾਂਜੀ, ਉਦੋਂ ਵੀ ਪੰਜਾਬੀ ਮਾਰਕੀਟ ਕਹਿੰਦੇ ਸੀ। ਉਹ ਇਹੀ ਇਕੱਲੀ ਪੰਜਾਬੀ ਮਾਰਕੀਟ ਸੀਗੀ ਆਪਣੇ BC ਦੇ ਵਿੱਚ। ਅੱਛਾ, ਤਾਂ ਲੋਕੀ ਇੱਥੇ ਹੀ ਆ ਕੇ ਰਹਿੰਦੇ ਸੀਗੇ? ਹਾਂਜੀ, ਇੱਥੇ ਬੜੇ ਮੇਲੇ ਵੀ ਲੱਗਦੇ ਹੁੰਦੇ ਸੀਗੇ ਕਿ ਨਗਰ ਕੀਰਤਨ ਵੀ ਇੱਥੋਂ ਦੀ ਲੰਘਦਾ ਆ। ਹਾਂਜੀ। ਤੇ ਬੜਾ ਆਪਣਾ ਇਹ ਹਿਸਟੋਰਿਕ ਜਿਹਾ ਪਲੇਸ ਹੁੰਦਾ ਸੀ। ਹਾਲੇ ਵੀ ਅਸੀਂ ਇਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਈਟ। ਐਂਡ ਆਈ ਗੈਸ ਇਫ ਆਮ ਨਾਟ ਰੋਂਗ, ਇੱਥੇ ਹੀ ਪਹਿਲਾਂ ਆਪਣਾ ਗੁਰੂਦੁਆਰਾ ਸਾਹਿਬ ਬਣਿਆ ਸੀਗਾ। ਦੇਸੀਆਂ ਨੇ ਇੱਥੇ ਹੀ ਆ ਕੇ ਪਹਿਲਾਂ ਇੱਥੇ ਆ ਕੇ ਰਹੇ ਸੀ, ਹੈ ਨਾ? ਹਾਂਜੀ, ਇੱਥੇ ਹੇਸਟਿੰਗਸ ਐਂਡ ਫਸਟ ਐਵੇਨਿਊ ਤੇ ਆਪਣਾ ਪਹਿਲਾ ਖਾਲਸਾ ਦਰਬਾਰ, ਖਾਲਸਾ ਦੀਵਾਨ ਸੁਸਾਇਟੀ ਦਾ ਟੈਂਪਲ ਸੀਗਾ। ਉਹਨਾਂ ਨੇ ਗੁਰਦੁਆਰਾ ਆਪਣਾ ਇੱਥੇ ਬਣਾਇਆ ਸੀਗਾ। ਤੇ ਹੁਣ ਰੌਸ ਸਟਰੀਟ ਗੁਰੂ ਘਰ ਵੀ ਮੇਰੀ ਰਾਈਡਿੰਗ ਦੇ ਵਿੱਚ ਹੀ ਹੈ। ਸੋ ਉਸ ਤਰੀਕੇ ਜਦੋਂ ਤੁਸੀਂ 92 'ਚ ਆਏ ਸੀਗੇ, ਆਈ ਐਮ ਸ਼ੋਰ ਕਮਿੰਗ ਫਰੋਮ ਜਗਰਾਓਂ, ਤੇ ਵੈਨਕੂਵਰ ਆ ਕੇ ਕਿਹੋ ਜਿਹਾ ਲੱਗ ਰਿਹਾ ਸੀਗਾ ਕਿ ਤੁਹਾਨੂੰ ਮੈਂ ਕਿੱਦਾਂ ਇੱਥੇ ਸਰਵਾਈਵ ਕਰਨਾ? ਕਿਉਂਕਿ ਆਈ ਐਮ ਸ਼ੋਰ ਈਜ਼ੀ ਨਹੀਂ ਹੁੰਦਾ, ਔਰ ਐਟ ਦ ਸੇਮ ਟਾਈਮ ਜਦੋਂ ਆਪਾਂ ਇੰਡੀਆ ਵਰਗੀ ਕੰਟਰੀ 'ਚੋਂ ਆਉਂਦੇ ਹੈਗੇ ਆ, ਰੇਸਿਜ਼ਮ ਵੀ ਫੇਸ ਕਰਨਾ ਪੈਂਦਾ ਹੈਗਾ ਆ। ਸੋ ਤੁਹਾਡੀ ਸਿਚੁਏਸ਼ਨ ਕਿੱਦਾਂ ਦੀ ਸੀਗੀ ਉਸ ਟਾਈਮ 'ਤੇ? Yeah, I came from a very small town. So a small town girl who had never left Jagaon came to one of the biggest and most beautiful part of the world, Vancouver. It was a big change for me. And I was only 21 and I was newly married. I came with a lot of dreams. ਸੋ ਜਿੱਦਾਂ ਹੁੰਦਾ ਨੀਗਾ ਵੀ 2 ਟੈਚੀ ਤੁਸੀਂ ਪੈਕ ਕਰੋ, ਪਰ ਨਾਲ ਮਿਲੀਅਨਸ ਆਫ ਡਰੀਮਸ ਉਹਨਾਂ ਟੈਚੀਆਂ ਦੇ ਵਿੱਚ ਹੁੰਦੇ ਆ। ਆਈ ਮਾਈਟ ਫੀਲ ਅ ਬਿਟ ਇਮੋਸ਼ਨਲ ਨਾਓ। ਤੇ ਜਦੋਂ ਫਿਰ ਇੱਥੇ ਆ ਜਾਂਦੇ ਤਾਂ ਰਿਐਲਿਟੀ ਤਾਂ ਆਪਾਂ ਨੂੰ ਫੇਸ ਕਰਨੀ ਪੈਂਦੀ ਹੈ ਨਾ। ਯੂ ਲੀਵ ਯੂਰ motherland, you leave your family behind, you come to a new country, new language, new people, no friends, no family except my husband's family. I had my fair share of struggles. And nothing is the same, because back home everything is so different, and here everything is so different. Culture shock is real, and I came with 2 degrees, MSc in botany and Bachelor of Education. Okay. And very soon actually you realize that your education is not worth as much. Yeah. But what do you think, what were your biggest challenges or the hardest moments here after like moving from India? I mean, ਜਦੋਂ ਵੀ ਕੋਈ ਵੀ ਬੰਦਾ ਇੱਥੇ ਆਉਂਦਾ, ਪਹਿਲਾਂ ਤਾਂ ਆਪਣਾ ਹਨੀਮੂਨ ਸਟੇਜ ਹੁੰਦੀ ਹੈ ਨਾ ਕਿ ਵਾਓ ਦਿਸ ਇਜ਼ ਸੋ ਬਿਊਟੀਫੁਲ। My husband would take me to the ocean and beaches and mountains, and I was like, wow, this is so beautiful. Like this is almost like paradise. But then slowly the reality hits, and then the honeymoon is over, and then you're like, so now I think real life. Like I have to look for work. ਤੇ ਫਿਰ ਮੈਂ ਆਪਣੀਆਂ ਜਿਹੜੀਆਂ ਡਿਗਰੀਜ਼ ਹਨ ਉਹ ਲੈ ਕੇ BCIT ਆਪਣੇ ਹੁਣ ਵੀ ਹੈਗੇ ICES ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਇਵੈਲੂਏਸ਼ਨ ਸਰਵਿਸਿਜ਼, ਉੱਥੇ ਗਈ। ਉਹਨਾਂ ਨੇ ਇਵੈਲੂਏਸ਼ਨ ਦਿੱਤੀ ਵੀ, ਚੰਗੀ ਇਵੈਲੂਏਸ਼ਨ ਦਿੱਤੀ ਹੈ ਨਾ। ਇੰਗਲਿਸ਼ ਦੇ ਟੈਸਟ ਵੀ ਮੈਂ ਕਲੀਅਰ ਕੀਤੇ,
but then there was no scope of my education, so that was one of the biggest challenges that I felt that I have to start from zero. ਸਪੈਸ਼ਲੀ ਜਦੋਂ ਬੰਦੇ ਨੇ ਇੰਨਾ ਪੜ੍ਹਾਈ ਕਰਕੇ ਉਸ ਤੋਂ ਬਾਅਦ ਵੀ ਕ੍ਰੈਡਿਟ ਨਾ ਮਿਲੇ ਤੇ ਬੜਾ ਔਕਵਰਡ ਜਿਹਾ ਹੋ ਜਾਂਦਾ। ਹਾਂਜੀ ਹਾਂ, ਤੇ ਪੈਸੇ ਵੀ ਨਹੀਂ ਹੁੰਦੇ ਹੈ ਨਾ, you have limited money, and ਜਿੰਨੀ ਦੇਰ ਤੁਹਾਡੀ ਇਨਕਮ ਨਹੀਂ ਹੁੰਦੀ it's very It's hard tough to survive. ਫਿਰ ਤੁਸੀਂ ਉਹ ਵਾਲੇ ਫੇਜ਼ ਨੂੰ ਕਿਵੇਂ ਓਵਰਕਮ ਕੀਤਾ? ਫਿਰ ਤੁਹਾਡੀ ਐਜੂਕੇਸ਼ਨ ਮਤਲਬ ਫਿਰ ਤੁਸੀਂ ਕਿਵੇਂ ਅੱਗੇ ਇਸ ਚੀਜ਼ ਨੂੰ ਲੈ ਕੇ ਗਏ? ਸੋ ਮੈਂ ਆਪਣੀ ਡਿਗਰੀਜ਼ ਤੇ ਆਪਣੀ ਇਵੈਲੂਏਸ਼ਨ ਲੈ ਕੇ UBC ਗਈ ਹੈ ਨਾ, ਹਾਂਜੀ ਮੈਂ ਬੋਟਨੀ ਦੀ MSc ਮੇਰੀ ਕੀਤੀ ਹੋਈ ਹੈ। ਇਜ਼ देयर ਐਨੀ ਸਕੋਪ, ਕੈਨ ਆਈ ਜੁਆਇਨ a further education program to upgrade so I can be a botanist here? ਕੋਈ ਗੱਲ ਨਹੀਂ ਬਣੀ। teaching license ਲਈ ਵੀ ਮੈਂ qualify ਨਹੀਂ ਕੀਤੀ, so I'm like, you know what, I just need a job, and I started working in McDonald's on main terminal. That was my first job, right. and little did I know ਕਿ ਜਿਹੜਾ ਉਹ experience ਸੀਗਾ ਮੇਰੇ ਲਈ ਇੰਨਾ valuable ਸੀਗਾ ਨਾ। So when I was working at McDonald's, I met my first friend in Vancouver in Canada. Yes. I learned the names of food ਜਿਹੜਾ ਇੱਥੇ fast food ਖਾਂਦੇ ਸਾਰੇ, and थोड़ी इंग्लिश की भी प्रैक्टिस हो जाती है कि चाहे जितना मर्जी customer service the through. Exactly. So I still cherish my first job, which was at McDonald's. That's good. ਕਿਤੇ ਤੁਹਾਨੂੰ ਇਦਾਂ ਲੱਗਿਆ ਕਿ ਮੈਂ ਸਹੀ ਡਿਸੀਜਨ ਬਣਾਇਆ ਹੈਗਾ ਕੈਨੇਡਾ ਆਉਣ ਦਾ? You know, I never regretted actually. ਇਹ ਗੱਲ ਜ਼ਰੂਰ ਸੀਗੀ because my husband had been living here for a long time, so going back was not an option. There was like no jobs for us there. There's no place to live there. So I never thought, ਜਦੋਂ ਹੁਣ ਮੈਂ ਕਿ immigrants ਨੂੰ ਮਿਲਦੀ ਹਾਂ ਤਾਂ ਉਹ ਹਮੇਸ਼ਾ ਕਹਿੰਦੇ ਕਿ I just want to go back. So I'm like, I did not even have that option. So maybe that's why I was so resilient. ਮਤਲਬ ਕਿ challenges ਆਏ but ਤੁਸੀਂ ਕਿਹਾ ਕਿ ਨਹੀਂ ਕਿ ਮੈਂ ਬਸ ਇਹਨੂੰ workout ਕਰਨਾ ਹੀ ਕਰਨਾ ਜਿਵੇਂ ਮਰਜ਼ੀ? बहुत ज़्यादा challenges आए, हाँ जी। एकदम money is always an issue when you first come. So I was working, and I got married when I was 21. So I was a mother when I was 22. I had kids very young, and people who I was working with would kind of question that, like, oh, you already have a child, you are so young, why did you do that? But apna ta culture hi siga hai na ki you get married in early 20s and then you have children, right? So yeah, and also like English wasn't your first language. Fir tusi us cheez nu kiਵੇਂ ਇੱਥੇ overcome ਕੀਤਾ? Yeah, I never actually enrolled for formal English lessons. I just practiced it with my husband. I watched a lot of TV, a lot of movies, listened to radio. Right. And plus customer service at McDonald's. Exactly. Just practicing that job. That helped indeed. ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਬੋਲਣ ਨਾਲ ਤੁਸੀਂ ਘੱਟ ਸਿੱਖਦੇ ਹੋ, listening ਨਾਲ ਤੁਸੀਂ ਜ਼ਿਆਦਾ ਸਿੱਖਦੇ। So I would just like sit there and listen to other people speak. Good stuff. MLA ਬਣਨ ਤੋਂ ਪਹਿਲਾਂ ਤੁਸੀਂ ਕੀ ਕਰ ਰਹੇ ਸੀਗੇ? ਇੱਥੇ ਮੈਂ ਸਕਸੈਸ ਦੇ ਵਿੱਚ ਐਕਚੁਅਲੀ ਇੰਗਲਿਸ਼ ਪੜ੍ਹਾ ਰਹੀ ਸੀਗੀ। ਸੋ like I had my journey from McDonald's to a teacher, Link instructor in Success. Link is a program, अपना federal program है, language instructors for newcomers to Canada, language instructions to newcomers to Canada. So I was working at McDonald's, then I was working in post office sorting letters, and then I went to school and I did a certificate of sterile supplying instruments. फिर मैं St. Paul's Hospital ਦੇ ਵਿੱਚ ਕੰਮ ਕੀਤਾ as a sterile supply technician, and then I went to school in 2001 and I got my teaching diploma of teaching English to speakers of other languages. At that time, you know, it was a good decision because ਜਦੋਂ ਆਪਾਂ ਇੱਥੇ ਆ ਕੇ struggles ਕੀਤੀਆਂ ਹੁੰਦੀਆਂ, you know that now you can share your experiences to help newcomers. And especially country like India ਜਿੱਥੇ ਕਿ ਇੰਨੀ ਇੰਗਲਿਸ਼ ਸਪੀਕਿੰਗ ਅੱਜ ਦੇ ਟਾਈਮ 'ਚ ਹੋ ਗਈ, ਬਟ ਉਸ ਟਾਈਮ ਤੇ ਜਿਸ ਟਾਈਮ ਤੇ ਤੁਸੀਂ ਆਏ ਹੋ it wasn't that much. It wasn't. I'm from a very small town. And I think आपने लोग आके उस टाइम पे struggle भी बहुत कर रहे सीगे in terms of language barrier आ ਜਾਂਦਾ ना? हाँ जी, and most people were just working in survival jobs and farms and construction. So ਇੰਨੇ ਜ਼ਿਆਦਾ officials ਨਹੀਂ ਸੀਗੇ ਉਦੋਂ। legislature ਦੇ ਵਿੱਚ ਵੀ ਗਿਣਤੀ ਦੇ ਸੀਗੇ। most ਹੋਤਾ ਜਦੋਂ ਪਹਿਲੀ ਵਾਰੀ ਬਣੇ ਹੈ MLA ਤਾਂ ਅਸੀਂ ਬੜੇ ਹੀ ਖੁਸ਼ ਹੋਏ ਕਿ ਕੋਈ ਸਾਊਥ ਏਸ਼ੀਅਨ ਕਿ ਪੰਜਾਬੀ ਬੰਦਾ ਉੱਥੇ ਬਣਿਆ।
ਕਿਆ ਤੁਸੀਂ ਉਹ ਵਾਲੇ ਮੂਵਮੈਂਟ ਤੇ ਸੋਚਿਆ ਕਿ ਵੀ ਮੈਂ ਵੀ MLA ਬਣਨਾ ਹੈ? ਨਹੀਂ, ਬਿਲਕੁਲ ਵੀ ਨਹੀਂ। I had no interest in politics. So coming back to your job, did you ended up doing that job because you thought कि ਮੈਨੂੰ ਵੀ ਇਹ ਵਾਲੇ challenges ਆਏ ਸੀਗੇ ਤਾਂ ਹੁਣ ਮੈਂ ਉਹ ਵਾਲੇ challenges ਕਰਕੇ ਮੈਂ ਲੋਕਾਂ ਦੀ ਮਦਦ ਕਰਨੀ ਹੈ ਕਿ ਮੈਂ ਇਹ ਵਾਲੀ ਚੀਜ਼ ਤੇ ਲੋਕਾਂ ਜਾ ਕੇ ਹੈਲਪ ਕਰਨੀ ਹੈ, ਤੁਸੀਂ ਇਸੇ ਲਈ ਕੀਤੀ ਸੀਗੀ ਆ ਜੌਬ? ਹਾਂਜੀ, ਸੋ ਵਾਈਲ ਆਈ ਵਾਸ ਰੇਜ਼ਿੰਗ ਮਾਈ ਚਿਲਡਰਨ, Yeah. ਮੈਂ ਪੈਕ ਦੇ ਵਿੱਚ ਸੀਗੀ ਬਹੁਤ ਐਕਟਿਵ, ਜਿਹੜੀ ਆਪਣੀ ਪੈਰੈਂਟ ਐਡਵਾਈਜ਼ਰੀ ਕਮੇਟੀ ਹੁੰਦੀ ਹੈ ਨਾ ਹਾਂਜੀ। ਸਕੂਲਾਂ ਦੇ ਵਿੱਚ। ਸੋ ਆਲਮੋਸਟ ਫॉर 10 years I was in PAC, and when I was working, it's volunteer work, so ਮੈਂ ਦੇਖਦੀ ਸੀ ਬਹੁਤ ਸਾਰੇ ਇਮੀਗ੍ਰੈਂਟਸ ਇੱਥੇ ਆਉਂਦੇ ਆ ਜਿਨ੍ਹਾਂ ਨੂੰ ਐਜੂਕੇਸ਼ਨ ਬਾਰੇ ਵੀ ਇੰਨਾ ਪਤਾ ਨਹੀਂ ਹੁੰਦਾ ਇੱਥੇ ਦੇ, ਐਂਡ ਮੋਸਟ ਪੀਪਲ ਜਿਹੜੇ ਆਉਂਦੇ ਇਸ ਕਰਕੇ ਆਉਂਦੇ ਕਿ ਆਪਣੇ ਬੱਚਿਆਂ ਦੀ ਇੱਥੇ ਐਜੂਕੇਸ਼ਨ, ਬੱਚਿਆਂ ਦਾ ਫਿਊਚਰ ਸੰਵਰ ਜਾਏ। ਸੋ I was just helping a lot of people in that my volunteer work in PAC। ਤੇ ਕੀ ਹੋਇਆ, ਜਿੱਥੇ ਅਸੀਂ ਮੇਰੇ ਬੱਚੇ ਜਾਂਦੇ ਸੀਗੇ ਪੜ੍ਹਨ, ਉਹ ਸਿਰਫ ਐਨੈਕਸ ਸੀਗਾ, ਸਿਰਫ grade 3 ਤੱਕ ਸੀਗਾ। ਇਟ ਵਾਜ਼ ਅ ਸਮਾਲਰ ਸਕੂਲ, ਮੋਬਰਲੀ ਐਨੈਕਸ, ਤੇ grade 4 ਤੋਂ ਉਹਨਾਂ ਨੂੰ ਮੋਬਰਲੀ ਐਲੀਮੈਂਟਰੀ ਸਕੂਲ 'ਚ ਫਰੇਜ਼ਰ ਸਟਰੀਟ ਕ੍ਰਾਸ ਕਰਕੇ ਜਾਣਾ ਪੈਂਦਾ ਸੀ। ਜਦੋਂ ਮੈਂ ਦੇਖਿਆ ਵੀ ਇੰਨੀ ਪਾਪੂਲੇਸ਼ਨ ਰਾਈਜ਼ ਹੋ ਰਹੀ ਹੈ, ਸੋ ਇਟ ਵਾਜ਼ in about 1995, I wrote as PAC vice president, I wrote to the provincial government ਵੀ ਇਹ ਸਕੂਲ upgrade ਕਰੋ। Little did I know, ਉਦੋਂ emails ਤਾਂ ਹੁੰਦੀਆਂ ਨਹੀਂ ਸੀਗੀਆਂ, ਅਸੀਂ ਸਾਈਨ ਕਰਵਾ ਕੇ ਥੋੜੇ ਜਿਹੇ neighbors ਦੇ ਭੇਜਦੀ, and we got approved। Oh, nice. So that school was actually upgraded to a full grade 7 elementary school। So that was my first political win, although I didn't realize that। So ਸਾਨੂੰ ਫੰਡਿੰਗ ਤਾਂ ਮਿਲ ਗਈ, ਉਹ ਸਕੂਲ ਦੀ ਇਮਾਰਤ ਵੀ ਬਣ ਗਈ, ਸਾਰਾ ਕੁਝ ਬਣ ਗਿਆ, ਪਰ ਉਹਨਾਂ ਨੇ ਇਨਫ ਮਨੀ ਨਹੀਂ ਸੀਗੀ। We did not get funding for playground, we did not get any funding for computers in the computer lab, and we had a library without books। So ਅਸੀਂ ਫਿਰ ਗਵਰਨਮੈਂਟ ਨੂੰ ਕਿਹਾ ਵੀ what about this? ਉਹ ਕਹਿੰਦੇ you have to fundraise for that now। So with my community we raised funds and we built a playground within 1 year। Wow. We had book sales, for every book sale we would get some free books for the library, and I bought 10 computers for the computer lab। So community, when we come together, we can move mountains with some help from the government। I think that's built your interest as well in politics. Exactly। And then I became a teacher, and I had been working with new immigrants and refugees and helping them succeed in their life in Canada। ਮਤਲਬ ਤੁਸੀਂ ਸ਼ੁਰੂ ਤੋਂ ਹੀ ਐਕਟਿਵ ਸੀਗੇ ਆ ਵਾਲੀ ਚੀਜ਼ਾਂ ਵਿੱਚ, ਲਾਈਕ ਹੈਲਪਿੰਗ ਪੀਪਲ ਐਂਡ ਦੈਨ ਯੂ ਮੇਕਿੰਗ ਦ ਕਮਿਊਨਿਟੀ ਸਟਰੋਂਗਰ ਐਂਡ ਟੁਗੇਦਰ। ਹਾਂਜੀ, ਜਦੋਂ ਮੈਂ ਸਕਸੈਸ ਦੇ ਵਿੱਚ ਵੀ ਪੜ੍ਹਾਉਂਦੀ ਹੁੰਦੀ ਸੀ ਹੈ ਨਾ, ਮੋਸਟਲੀ ਜਿਹੜੇ ਪੀਪਲ ਕਮ ਫਰਮ ਆਲ ਓਵਰ ਦ ਵਰਲਡ, ਸੋ ਵੀ ਆਸਕ them a lot of questions, ਵੀ why did you decide to move to Canada? Why BC? Why Vancouver? So most people ਤਾਂ ਇਹੀ ਕਹਿੰਦੇ ਸੀ I'm here for my children's future। Some people were here because the lifestyle, not so much for those people that I was working with, but most people would say I'm here to save my life because they were not safe in their countries, because they were from war torn countries। ਜਿਹੜੇ ਆਪਣੇ asylum ਵਾਲੇ ਸੀਗੇ ਹੈ ਨਾ, and then some people would come because of ਇਕੁਐਲਿਟੀ, ਕਹਿੰਦੇ ਵੀ ਇੱਥੇ ਮੈਨੂੰ ਬਰਾਬਰ ਦਾ ਦਰਜਾ ਹੈਗਾ, ਕੈਨੇਡਾ ਦੇ ਵਿੱਚ ਹਿਊਮਨ ਰਾਈਟਸ ਹੈਗੇ ਹੈ, ਤੇ ਐਂਡ ਸਮ ਪੀਪਲ ਵੁੱਡ ਆਲਸੋ ਸੇ ਕਿ ਕਲੀਨ ਏਅਰ ਐਂਡ ਗੁੱਡ এনवायरमेंट। that is true। ਹਾਂਜੀ, ਜਦੋਂ ਤੁਸੀਂ MLA ਲਈ ਫਾਈਟ ਕਰਨਾ ਸੀਗਾ, ਕਿੰਨਾ ਕੁ ਔਖਾ ਰਿਹਾ? ਪਹਿਲਾਂ ਤਾਂ ਕਿਉਂਕਿ ਉਸ ਪੋਜੀਸ਼ਨ ਤੱਕ ਪਹਿਲਾਂ ਪਹੁੰਚਣਾ ਹੀ ਬੜਾ ਔਖਾ ਹੁੰਦਾ ਆ, ਹਾਂਜੀ, ਤੇ ਅਗੇਨ ਵੋਟਿੰਗ ਦੇ ਵਿੱਚ ਵੀ ਬਹੁਤ ਸਾਰੇ ਕੈਂਪੇਸ ਕਰਨੇ ਪੈਂਦੇ ਹੈਗੇ ਆ। ਕਿੱਦਾਂ ਦਾ ਸਪੋਰਟ ਸੀਗਾ ਫੈਮਿਲੀ ਐਂਡ ਹਸਬੈਂਡ ਦਾ, ਤੁਹਾਡੇ ਪੇਰੈਂਟਸ ਦਾ? It was quite challenging actually। So ਜਿੱਥੇ ਆਪਾਂ ਅੱਜ ਬੈਠੇ ਹਾਂ, ਇਹ ਵਾਲੀ ਜਿਹੜੀ ਰਾਈਡਿੰਗ ਹੈ ਵੈਨਕੂਵਰ ਲੰਗੈਰਾ, it was never a BC-NDP riding। It was always center right or right liberal riding ਸੀਗੀ। So it was a long shot। ਜਦੋਂ ਮੈਨੂੰ ਪ੍ਰੀਮੀਅਰ ਹੋਰਾਂ ਨੇ ਆਫਰ ਕੀਤਾ ਕਿ we are looking for a candidate, would you be interested? ਤੇ it was a nomination race, ਹੋਰ ਵੀ ਸੀਗੇ ਹੈ ਨਾ candidates, so we have to sign a lot of members, and finally I got the nomination to run, but still everybody said कि ये जड़ी riding है ये winnable riding नहीं हैगी। So there's a chance
the gap was closing in the past. ਪਿਛਲੀਆਂ ਚੋਣਾਂ ਦੇ ਵਿੱਚ ਜਿਹੜੀਆਂ ਇਦੋਂ ਪਹਿਲਾਂ ਹੋਈਆਂ ਸੀਗੀਆਂ 2020 ਦੇ ਵਿੱਚ 2000 ਵੋਟਾਂ ਦਾ ਗੈਪ ਸੀਗਾ ਸੋ ਇਟਸ ਨਾਟ ਕਿ ਬਹੁਤ ਵੱਡਾ ਗੈਪ ਸੀਗਾ ਪਰ ਉਹ ਕਲੋਜ਼ ਕਰਨਾ ਐਂਡ ਦੈਨ ਗੈਟ ਸਮ ਮੋਰ ਵਾਸ ਅ ਬਿਟ ਚੈਲੰਜਿੰਗ ਸੋ ਫੈਮਿਲੀ ਡਰਦੀ ਸੀਗੀ ਵੀ ਜੇ ਤੂੰ ਹਾਰ ਜਾਏਂਗੀ ਯੂ ਵਿਲ ਬੀ ਹਾਰਟ ਬ੍ਰੋਕਨ ਬਟ ਆਈ ਵਾਸ ਜਸਟ ਸੋ ਡਿਟਰਮਿਨਡ ਦੈਟ ਆਈ ਐਮ ਗੋਇੰਗ ਟੂ ਟਰਾਈ ਕੀ ਹੋ ਜਾਊਗਾ ਜ਼ਿਆਦਾ ਤੋਂ ਜ਼ਿਆਦਾ ਲੂਜ਼ ਕਰ ਜਾਵਾਂਗੇ ਜੇ ਵਿਨ ਨਾ ਕਰਾਂਗੇ ਤਾਂ ਫਿਰ ਆਪਾਂ ਦੁਬਾਰਾ ਟਰਾਈ ਕਰ ਲਾਂਗੇ So I just put my hat in the ring and the rest they say is history. We made history. Right. Last NDP MLA, PC NDP MLA here in this riding was in 1973. Oh really? So 73 to 2024. 51 years. It took me 50. It took us 51 years That to is get an true. MLA in this riding. But also I'm going to like take you a bit back. थोड़ा like teaching तो लेके politician तक दा सफ़र किमें बने like थोनू किमें लगे कि like now it's a time like I have to become a politician like I need to enter this field. That's a great question. So when I was working at Success, you work with so many people. You connect them with health services here. Right. ਉਹਨਾਂ ਨੂੰ MSP ਬਾਰੇ ਦੱਸੋ, ਉਹਨਾਂ ਨੂੰ pharmacare register ਕਰੋ, ਉਹਨਾਂ ਨੂੰ doctor ਲੱਭ ਕੇ ਦਿਓ, ਫਿਰ ਉਹਨਾਂ ਦੀ education, get them into some kind of post secondary or ਬੱਚਿਆਂ ਦੇ ਸਕੂਲ ਲੱਭੋ. So I was connecting people with government services almost all my life before becoming an MLA. ਹਾਂਜੀ. So ਜਦੋਂ ਤੁਸੀਂ government ਦੇ ਨਾਲ ਕੰਮ ਕਰਦੇ ਆ ਹੈ ਨਾ, then you identify gaps. And then sometimes you wonder कि ਇਹ gap close ਹੋ ਸਕਦਾ ਹੈ. I wish I was on the policy making table one Right. day and then I can close that gap. There we go, now you are. So maybe back of my mind I was like, oh, I just want to make a difference and close some gaps in the Right. system or try to close those gaps. Right. ਹਾਂਜੀ. ਨਹੀਂ ਉਸ ਤੋਂ ਬਾਅਦ ਜਦੋਂ ਤੁਸੀਂ ਐਮਐਲਏ ਲਈ ਫਾਈਟ ਕਰਨਾ ਸੀਗਾ ਕੈਂਪੇਨਿੰਗ ਕਿੰਨੀ ਔਖੀ ਸੀਗੀ ਕਿਉਂਕਿ ਓਬਵੀਅਸਲੀ ਆਪਾਂ ਬਰਾਊਨ ਕਮਿਊਨਿਟੀ ਤੋਂ ਆਉਂਦੇ ਹੈਗੇ ਆ ਤੇ ਵੈਂਕੂਵਰ ਲੰਗਾਰੇ ਸਪੈਸੀਫਿਕਲੀ ਵਾਈਟ ਏਰੀਆ ਹੈਗਾ ਆ ਸੋ ਉਹਦੇ ਵਿੱਚ ਕਿੰਨਾ ਔਖਾ ਰਿਹਾ ਤੁਹਾਨੂੰ So ਜਦੋਂ my husband is very supportive, so I was lucky there. So he's like, okay, if you have decided, go for it. And then I have a sister who is very supportive. But my in-laws' families and my parents, I had to talk to them. I have decided, and there were some hurdles. So I can share this little thing with my dad. कि जब मैं अपने डैडी को गई मैं कि डैडी पे I'm getting this offer to run for BCNDP in Vancouver Langara. For future MLA of Vancouver Langara, can I do it? The dad was very hesitant. ਉਹ ਕਹਿੰਦੇ ਵੀ ਲਾਲੀ ਕਹਿੰਦੇ ਮੈਨੂੰ ਕਰੇ ਹੈ ਨਾ ਕਹਿੰਦੇ ਲਾਲੀ ਇਹ ਆਪਣਾ ਕੰਮ ਨਹੀਂ ਹੈਗਾ ਵੀ ਇਹ ਆਪਣੀ ਫੈਮਿਲੀ ਦੇ ਵਿੱਚ ਕੋਈ ਹੈ ਨਹੀਂ ਪੋਲੀਟੀਸ਼ੀਅਨ ਇੰਡੀਆ ਵਿੱਚ ਡਰਦੇ ਵੀ ਹੈ ਨਾ ਹਾਂਜੀ and then I was not of course very excited. Right. So daddy did not say yes when I first visited him. So मैं घर आ गई और सारी रात मैं भी रोंदी रही and I think he was also thinking. तो अगले दिन ਜਦੋਂ सुबह मैं चाह बना के अपनी चाह पी रही ਸੀਗੀ ਤੇ ਡੈਡੀ ਦਾ ਫੋਨ ਆਇਆ ਕਹਿੰਦੇ ਲਾਲੀ ਮੈਨੂੰ ਮਿਲ ਕੇ ਜਾ ਫਿਰ ਮੈਂ ਦੁਬਾਰਾ ਡੈਡੀ ਕੋਲ ਗਈ ਹੈ ਨਾ ਤੇ I was sitting down with him and ਡੈਡੀ ਕਹਿੰਦੇ ਮੈਂ ਸਾਰੀ ਰਾਤ ਸੋਚਦਾ ਰਿਹਾ see again I'm going to get emotional ਤੂੰ ਨਾ ਅੱਜ ਤੱਕ ਮੇਰੇ ਕੋਲ ਕੁਝ ਨਹੀਂ ਮੰਗਿਆ So you have always been such a good child. Yeah. ਜੋ ਮੈਂ ਤੈਨੂੰ ਕਹੀ ਗਿਆ ਵੀ ਇਹ ਪੜ੍ਹ ਲੈ ਇਹ ਕੋਰਸ ਕਰ ਲੈ ਇਹ ਡਿਗਰੀ ਕਰ ਲੈ ਇਹ ਹੁਣ ਇੱਥੇ ਵਿਆਹ ਕਰਾ ਲੈ ਤੂੰ ਮੰਨੀ ਗਈ So you have never asked anything for yourself and this is the first time you have asked for yourself. Right. ਮੈਂ ਤਾਂ ਕਦੇ ਆਪਦੇ ਲਈ ਪ੍ਰੇ ਵੀ ਨਹੀਂ ਸੀ ਕੀਤਾ ਜਦੋਂ ਆਪਾਂ ਪ੍ਰੇ ਵੀ ਕਰਦੇ ਹਾਂ you pray for the whole family for your children for your husband. Right. So at that time it was like okay. So daddy said yes. He said go for it but be prepared to win or lose as long as you know you're not devastated by your loss. Yeah. I see tears in your eyes. Yeah, I get very emotional thinking ke Sachi as a South Asian woman we never check our own temperature. We are always worried about others. Sabne roti khali sare comfortable and then you think about so every woman should also put themselves first. That is true. And also like especially in a male dominant industry being a South Asian female it is very rare to see like this combination is so rare to see and like honestly like kudos to you like really appreciative.
So we will talk. Was there any hardest moments, or like were there any fears when you thought कि अपा MLA ਲਈ ਹੁਣ ਮੈਂ run करना है? Like थोड़े मन च कोई like family वाला तो चलो ठीक है, but थोड़े अपने अंदर कोई fear ਸੀਗਾ? ਸੋ ਜਦੋਂ ਮੇਰੇ ਡੈਡੀ ਨੇ ਮੈਨੂੰ ਅਗਲੇ ਦਿਨ ਬੁਲਾ ਕੇ ਕਿਹਾ ਵੀ ਠੀਕ ਹੈ ਤੁਸੀਂ ਰਨ ਕਰੋ ਜੇ ਤੁਹਾਡਾ ਦਿਲ ਕਰਦਾ ਹੈ ਨਾ, ਹਾਂਜੀ। ਪਰ ਨਾਲ ਹੀ ਕਹਿੰਦੇ ਮੈਂ ਪਿਤਾ ਹੋਣ ਦੇ ਵਜੋਂ ਇੱਕ ਤੁਹਾਨੂੰ ਐਡਵਾਈਸ ਦਊਂਗਾ ਵੀ ਤੁਸੀਂ ਇਹ ਜਿਹੜੀ ਕੈਂਪੇਨ ਕਰਨੀ ਹੈ ਤੁਸੀਂ ਇਹ ਬਿਲਕੁਲ ਕਲੀਨ ਕੈਂਪੇਨ ਕਰਨੀ ਹੈ। ਤੁਸੀਂ ਕਿਸੇ ਨੂੰ ਵੀ ਆਪਣਾ ਫਾਇਦਾ ਨਹੀਂ ਉਠਾਉਣ ਦੇਣਾ, ਕੋਈ ਵੀ ਤੁਸੀਂ ਗਲਤ ਕਰਕੇ ਗਲਤ ਪੌੜੀਆਂ ਚੜ੍ਹ ਕੇ ਨਹੀਂ ਤੁਸੀਂ ਹੈ ਨਾ ਸਕਸੈਸ ਵੱਲ ਜਾਣਾ। ਸੋ ਡੂ ਇਟ ਫੇਅਰ। ਸੋ ਮੈਂ ਤੇ ਮੇਰੀ ਸਿਸਟਰ ਤੇ ਜਿਹੜੇ ਸਾਡੇ ਨਾਲ ਕੈਂਪੇਨ ਟੀਮ ਸੀਗੇ, ਵੀ ਰੈਨ ਸੱਚ ਅ ਕਲੀਨ ਕੈਂਪੇਨ ਗਰਾਊਂਡ ਲੈਵਲ। Right. We just knocked on doors like crazy. ਅਸੀਂ ਇੰਨੇ ਡੋਰ ਨੌਕ ਕੀਤੇ ਕਿ ਸਾਡੇ ਪੈਰਾਂ 'ਚ ਵੀ ਛਾਲੇ ਪੈ ਗਏ ਸੀਗੇ। And still knowing ਕਿ I might not win because this riding is not winnable. Right. So ਸਾਰਾ ਗਰਾਊਂਡ ਲੈਵਲ ਕੋਈ ਅਸੀਂ ਐਲਕੋਹਲ ਪਾਰਟੀਜ਼ ਨਹੀਂ ਕੀਤੀਆਂ, ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ, ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਗਲਤ ਉਹ ਨਹੀਂ ਕੀਤਾ ਵੀ ਅਸੀਂ ਆਹ ਕਰਾਂਗੇ ਤੁਹਾਨੂੰ ਆਹ ਜੌਬ ਦੇਵਾਂਗੇ ਜੇ ਜਿੱਤ ਗਏ ਤਾਂ। ਪਿਓਰ ਹਾਰਡ ਵਰਕ, ਬਿਲਕੁਲ ਗਰਾਊਂਡ ਲੈਵਲ। ਸੋ you know what, later on in life when I retire I might write a book about my journey in Canada, and I am going to emphasize that hard work, ground level can take you to places. ਜੇ ਤੁਸੀਂ ਗਲਤ ਜ਼ਰੀਏ ਦੇ ਨਾਲ ਮੈਨੂੰ ਮਿਲਿਆ ਹੁੰਦਾ ਸੋ ਮੈਂ ਇੰਨੀ ਪ੍ਰਾਊਡ ਅੱਜ ਨਾ ਹੁੰਦੀ, ਇੰਨਾ ਹਾਰਡ ਵਰਕ ਨਾ ਕਰਦੀ। ਹਾਂਜੀ ਨਹੀਂ, ਬਹੁਤ ਲੋਕ ਆਈ ਥਿੰਕ ਉੱਥੇ ਸਟਕ ਹੋ ਜਾਂਦੇ ਕਿਉਂਕਿ ਪੋਲਿਟਿਕਸ 'ਚ ਲੋਕੀ ਵੀ ਜਾ ਕੇ ਸ਼ਾਰਟਕਟਸ ਲੱਭਦੇ ਹੈਗੇ ਆ, ਬਟ ਆਈ ਥਿੰਕ ਜਿੱਥੇ ਤੁਸੀਂ ਕਹਿ ਰਹੇ ਆ ਕਿਉਂਕਿ ਹਾਰਡ ਵਰਕ ਆਲਵੇਜ਼ ਕੰਮ ਆਪਣਾ ਪੇ ਆਫ ਕਰ ਹੀ ਦਿੰਦਾ ਹੈਗਾ ਆ। ਅਸੀਂ ਤਾਂ ਹਜ਼ਾਰ ਇੱਕ ਦਿਨ ਦੇ ਵਿੱਚ ਡੋਰ ਨੌਕ ਕਰ ਲੈਂਦੇ ਸੀ। ਤੁਹਾਡੇ ਤਾਂ ਅੱਜ ਵੀ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖੀ ਜਾਏਗੀਆਂ, ਯੂ ਸਟਿਲ ਡੂ ਦ ਹਾਰਡ ਵਰਕ। ਸੋ ਆਈ ਥਿੰਕ ਇਟਸ ਰੀਅਲੀ ਕਮੈਂਡੇਬਲ ਕਿ ਆਪਣੀ ਕਮਿਊਨਿਟੀ ਤੋਂ ਲੋਕ ਇੱਥੇ ਆ ਕੇ ਕਿੰਨੀ ਮਿਹਨਤ ਕਰ ਰਹੇ ਹੈਗੇ ਆ ਔਰ ਇੱਕ ਦੂਸਰੇ ਮੁਲਕ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। And accessible. I want people to know that Sunita Tir ਜਿਹੜੀ MLA ਕੋਈ ਹਵਾ ਨਹੀਂ ਹੈਗੀ, she's not, she's one of you. You can come talk to her in any language about anything. But I guess ਉਹ ਤੁਹਾਡੇ personality ਤੋਂ ਦਿਖਦਾ ਵੀ ਹੈ, like you make the other person feel so comfortable and so homely. Honestly, I do want to talk about one of your speeches you made, and then you referred to a quote from Bhagavad Gita. And I think since you were running for your campaigning, to see us cheez ਦੇ ਨਾਲ interlink ਕੀਤਾ, so see ਉਹ quote ਦੱਸੋਗੇ? ਹਾਂਜੀ। ਸੋ ਗਰੋਇੰਗ ਅਪ ਮਾਈ ਮਮ ਇਜ਼ ਫਰੋਮ ਸਿੱਖ ਫੇਥ ਹੈ ਨਾ, ਮੇਰੀ ਮੰਮੀ ਸੁਰਜੀਤ ਕੌਰ ਉਹ ਸਿੱਖ ਹੈ ਤੇ ਮੇਰੇ ਡੈਡੀ ਹਿੰਦੂ ਹੈ, ਪ੍ਰੇਮਨਾਥ ਜੇਠੀ ਉਹਨਾਂ ਦਾ ਨਾਮ ਹੈ। ਤੇ ਅਸੀਂ ਹਮੇਸ਼ਾ ਦੋਨੇ ਧਰਮਾਂ ਦੇ ਹੀ ਹੈ ਨਾ ਗ੍ਰੰਥ ਪੜ੍ਹਦੇ ਹੁੰਦੇ ਸੀਗੇ ਤੇ ਮਾਈ ਡੈਡ ਵੁੱਡ ਆਫਟਨ ਸਾਨੂੰ ਗੀਤਾ ਦੇ ਸੁਣਾਉਂਦੇ ਰਹਿੰਦੇ ਹੁੰਦੇ ਸੀਗੇ। ਸੋ ਵੈਨ ਆਈ ਵਾਜ਼ ਨਿਊਲੀ ਇਲੈਕਟਡ ਮੈਂ ਇਹ ਜਿਹੜਾ ਬੋਲਿਆ ਸੀਗਾ ਕਰਮण्येवाधिकारस्य मा फलेषु कदाचन, ਕਿ ਤੁਸੀਂ ਕਰਮ ਕਰਦੇ ਰਹੋ, ਫਲ ਦੀ ਇੱਛਾ ਨਾ ਕਰੋ। ਜੇ ਮੈਂ ਉਦੋਂ ਨਾ ਰਨ ਕਰਦੀ ਇਹ ਸੋਚ ਕੇ ਕਿ BCNDP ਦਾ ਤਾਂ ਕਦੇ MLA ਇੱਥੇ ਬਣਿਆ ਹੀ ਨਹੀਂ ਗਾ ਆਪਣੇ ਵੈਨਕੂਵਰ ਲਿੰਗੇਰਾ ਦੇ ਵਿੱਚ, ਵੀ ਕਾਹਦੇ ਲਈ ਆਪਦਾ ਟਾਈਮ ਵੇਸਟ ਕਰਨਾ, ਮੈਂ ਅੱਜ ਇੱਥੇ ਇਸ ਮੁਕਾਮ ਤੇ ਨਾ ਪਹੁੰਚਦੀ। ਜਿਸ ਟਾਈਮ ਤੇ ਤੁਸੀਂ ਇਲੈਕਸ਼ਨਸ ਵੀ ਜਿੱਤੇ, ਤੁਹਾਨੂੰ ਕੀ ਲੱਗਦਾ ਸੀਗਾ ਸਭ ਤੋਂ ਮੇਜਰ ਪ੍ਰੋਬਲਮ ਕੀ ਉਸ ਟਾਈਮ ਤੇ ਵੈਨਕੂਵਰ ਦੀ ਚੱਲ ਰਹੀ ਹੈਗੀ ਹੈ ਕਿ ਜਿਹੜੀ ਮੈਂ ਰਿਜ਼ੋਲਵ ਕਰਾਂਗੀ? ਹਾਂਜੀ, ਜਿਹੜਾ ਮੇਰਾ ਸੀਗਾ ਡ੍ਰੀਮ ਉਹ ਤਾਂ ਇਹੀ ਸੀਗਾ ਵੀ ਜਿਹੜੇ ਫੋਰਨ ਟ੍ਰੇਨਡ ਪ੍ਰੋਫੈਸ਼ਨਲਸ ਆਉਂਦੇ ਹੈ ਉਹ ਇੱਥੇ ਆ ਕੇ ਆਪਣੇ ਜਿਹੜੇ ਪ੍ਰੀ ਅਰਾਈਵਲ ਆਕੂਪੇਸ਼ਨਸ ਦੇ ਵਿੱਚ ਆਪਦੇ ਲਾਇਸੈਂਸਿਸ ਉਹਨਾਂ ਨੂੰ ਮਿਲਣ ਤਾਂ ਕਿ ਉਹ ਆਪਦਾ ਐਕਸਪੀਰੀਅੰਸ ਐਜੂਕੇਸ਼ਨ ਕੰਟਰੀਬਿਊਟ ਕਰ ਸਕਣ। ਸੋ ਮੈਂ ਜਦੋਂ ਸਕਸੈਸ ਦੇ ਵਿੱਚ ਪੜ੍ਹਾਉਂਦੀ ਹੁੰਦੀ ਸੀਗੀ, ਸੋ ਆਈ ਯੂਜ਼ਡ ਟੂ ਟੀਚ ਦਿਸ ਕੋਰਸ ਟੂ ਫੋਰਨ ਟ੍ਰੇਨਡ ਇੰਜੀਨੀਅਰਸ, ਪੋਰਟਫੋਲੀਓ ਬੇਸਡ ਲੈਂਗੁਏਜ ਟ੍ਰੇਨਿੰਗ ਸੀਗਾ ਉਹਦੇ 'ਚ ਮੋਸਟਲੀ ਇੰਜੀਨੀਅਰਸ ਐਂਡ ਆਰਕੀਟੈਕਟ ਸੀਗੇ। ਉਹ ਵਿਚਾਰੇ ਕਈਆਂ ਦੇ ਕੋਲ 20 ਸਾਲ ਦਾ ਆਪਣਾ ਐਕਸਪੀਰੀਅੰਸ ਹੈਗਾ, ਈਵਨ ਮਾਸਟਰਸ ਇਨ ਇੰਜੀਨੀਅਰਿੰਗ ਹੈ, ਪਰ ਇੱਥੇ ਉਹਨਾਂ ਨੂੰ ਲਾਇਸੈਂਸ ਨਹੀਂ ਸੀ ਮਿਲਦੇ ਹੁੰਦੇ। ਸੋ ਮੋਸਟਲੀ ਮੇਰਾ ਜਿਹੜਾ ਝੁਕਾਅ ਸੀਗਾ ਉਹ ਐਜੂਕੇਸ਼ਨ 'ਚ ਸੀਗਾ, ਐਂਡ ਪ੍ਰੀਮੀਅਰ EB ਨੋਜ਼ ਦੈਟ ਯੂ ਨੋ ਆਈ ਆਈਦਰ ਵਾਂਟਡ ਟੂ ਗੋ ਇਨ ਐਜੂਕੇਸ਼ਨ, ਜਿਹੜੇ ਐਲੀਮੈਂਟਰੀ ਐਂਡ ਸੈਕੰਡਰੀ ਔਰ ਪੋਸਟ ਸੈਕੰਡਰੀ ਐਜੂਕੇਸ਼ਨ। ਸੋ ਮੇਰਾ ਇਹੀ ਸੀਗਾ ਵੀ ਜਿਹੜੀ ਆਪਾਂ ਇੰਨੇ ਵਧੀਆ ਮੁਲਕ 'ਚ ਰਹਿੰਦੇ ਹਾਂ, ਸੋ ਆਪਣੀ ਐਜੂਕੇਸ਼ਨ ਵੀ ਵਰਲਡ ਕਲਾਸ ਹੋਣੀ ਚਾਹੀਦੀ ਹੈ ਨਾ। ਬਿਲਕੁਲ।
ਸੋ ਨਾਲ ਦੀ ਨਾਲ ਜਦੋਂ ਤੁਸੀਂ ਗੱਲ ਕਰ ਰਹੇ ਹੋ ਐਜੂਕੇਸ਼ਨ ਦੀ, ਆਪਾਂ ਪੋਡਕਾਸਟ ਤੋਂ ਪਹਿਲਾਂ ਵੀ ਬਾਤ ਕਰ ਰਹੇ ਸੀ ਕਿ ਤੁਹਾਡੇ ਸਕਸੈਸ ਸਟੋਰੀ ਦੀ, ਜਿਹੜੇ ਕਿ ਲਾਇਸੈਂਸ ਦੀ ਤੁਸੀਂ ਅਪਰੂਵ ਕਰਾਇਆ, ਉਹਦੇ ਬਾਰੇ ਵੀ ਜ਼ਰੂਰ ਦੱਸੋ ਥੋੜ੍ਹਾ ਜਿਹਾ। ਸੋ BC ਸਰਕਾਰ ਨੇ 2017 ਦੇ ਵਿੱਚ ਇੱਕ ਬਿੱਲ ਲੈ ਕੇ ਆਉਂਦਾ ਸੀਗਾ, ਉਹਦਾ ਨਾਮ ਹੈਗਾ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਰੈਕਗਨੀਸ਼ਨ ਐਕਟ, ICRA ਆਪਾਂ ਉਹਨੂੰ ਕਹਿ ਦਿੰਦੇ ਹਾਂ। ਸੋ ਅੱਗੇ ਕੀ ਹੁੰਦਾ ਸੀਗਾ, ਹੈਲਥ ਆਕੂਪੇਸ਼ਨਸ ਆਰ ਆਲਵੇਜ਼ ਅ ਪ੍ਰਾਇੋਰਿਟੀ, ਉਹ ਮਿਨਿਸਟਰੀ ਆਫ ਹੈਲਥ ਦੇ ਵਿੱਚ ਆ, ਪਰ ਇਸ ਐਕਟ ਦੇ ਅਧੀਨ 29 ਆਕੂਪੇਸ਼ਨਸ ਇਸ ਤਰ੍ਹਾਂ ਦੇ ਆ ਜਾਂਦੇ ਆ ਜਿਨ੍ਹਾਂ ਦੇ ਉੱਤੇ ਕੋਈ ਵੀ ਰੈਗੂਲੇਸ਼ਨ ਨਹੀਂ ਸੀਗੀ। ਉਹ ਜਿਹੜੀਆਂ ਰੈਗੂਲੇਟਰੀ ਬਾਡੀਜ਼ ਹੁੰਦੀਆਂ ਨਾ, ਲਾਇਸੈਂਸਿੰਗ ਬਾਡੀਜ਼, ਉਹਨਾਂ ਦੀ ਮਰਜ਼ੀ ਹੁੰਦੀ ਸੀਗੀ ਵੀ ਕਿਸੇ ਨੂੰ ਲਾਇਸੈਂਸ ਦੇਣਾ, ਕਿਸੇ ਨੂੰ ਨਾ ਦੇਣਾ। ਤੇ ਬਹੁਤ ਸਾਰੇ ਜਿਹੜੇ ਫੋਰਨ ਟ੍ਰੇਨ ਪ੍ਰੋਫੈਸ਼ਨਲਸ ਆਉਂਦੇ ਸੀਗੇ, ਉਹ ਵਿਚਾਰੇ ਹੈ ਨਾ ਸਰਵਾਈਵਲ ਜੌਬਸ ਦੇ ਵਿੱਚ ਆਪਣੀ ਲਾਈਫ ਕੱਟਦੇ ਸੀਗੇ। ਸੋ 2024 ਦੇ ਵਿੱਚ ਇਹ ਐਕਟ ਪਾਸ ਹੋਇਆ, ਜਿਹਦੇ ਵਿੱਚ 29 ਆਕੂਪੇਸ਼ਨਸ ਹੈਗੇ ਤੇ 18 ਰੈਗੂਲੇਟਰਸ ਆ, ਟੀਚਰਸ, ਸੋਸ਼ਲ ਵਰਕਰਸ, ਪੈਰਾਮੈਡਿਕਸ, ਵੈਟਰਨੇਰੀਅਨਸ, ਇੰਜੀਨੀਅਰਸ, ਲਾਇਰਸ, ਆਰਕੀਟੈਕਟਸ ਐਂਡ ਸੋ ਔਨ, ਕਾਫੀ ਸਾਰੇ ਕਿੱਤੇ ਆ ਇਹਦੇ ਵਿੱਚ ਆ ਜਾਂਦੇ। ਸੋ ਹੁਣ ਜਦੋਂ ਤੁਸੀਂ ਆਉਣੇ, ਅਕਾਊਂਟੈਂਟਸ ਆਰ ਆਲਸੋ ਅੰਡਰ ਦਿਸ। ਹੁਣ ਜਦੋਂ ਕੋਈ ਵੀ ਇਮੀਗ੍ਰੈਂਟ ਇੱਥੇ ਆਊਗਾ ਤੇ ਉਹ ਲਾਇਸੈਂਸ ਲਈ ਅਪਲਾਈ ਕਰੂਗਾ ਆਪਣੇ ਰੈਗੂਲੇਟਰਸ ਦੇ ਨਾਲ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜਿਹੜੇ ਟਾਈਮ ਲਾਈਨ ਹੈਗੀ ਹੈ ਉਹ ਆਪਾਂ ਘਟਾਤੀ ਹੈ, ਵੀ ਜਿਹੜੇ ਇੱਦਾਂ ਨਹੀਂ ਵੀ ਤੁਸੀਂ 2-2 ਸਾਲ ਉਹਨਾਂ ਨੂੰ ਲਟਕਾਈ ਰੱਖੋ, ਹੈ ਨਾ, ਕਿਉਂਕਿ ਉਦੋਂ ਤੱਕ ਤਾਂ ਬੰਦਾ ਕਿ ਸਰਵਾਈਵਲ ਜੌਬ ਕਰਕੇ ਆਪਦੀ ਕੰਫਰਟੇਬਲ ਹੋ ਜਾਊਗਾ। ਸੋ ਇਟ ਹੈਜ਼ ਟੂ ਬੀ ਮੇਡ ਇਨ ਟਾਈਮਲੀ ਫੈਸ਼ਨ। ਤੇ ਦੂਸਰਾ, ਜਿਹੜੀਆਂ ਫੀਸ ਆ ਉਹ ਡੋਮੈਸਟਿਕ ਐਪਲੀਕੈਂਟਸ ਲਈ ਤੇ ਫੋਰਨ ਟ੍ਰੇਨ ਲਈ ਸੇਮ ਹੋਊਗੀਆਂ, ਫੀਸਾਂ ਆਪਾਂ ਘੱਟ ਕਰਤੀਆਂ। ਤੀਸਰਾ, ਜਿਹੜਾ ਅੱਗੇ ਕੀ ਹੁੰਦਾ ਸੀਗਾ ਕਿ ਤੁਸੀਂ ਇੱਕ ਵਾਰੀ ਆਪਣਾ TOEFL ਜਾਂ IELTS ਪਾਸ ਕੀਤਾ ਹੁੰਦਾ ਸੀ, ਹੈ ਨਾ, ਤੇ ਉਹ ਤੁਹਾਡਾ ਐਕਸਪਾਇਰ ਹੋ ਜਾਂਦਾ ਸੀਗਾ ਤੇ ਰੈਗੂਲੇਟਰਸ ਤੁਹਾਨੂੰ ਵਾਰੀ-ਵਾਰੀ ਭੇਜਦੇ ਰਹਿੰਦੇ ਸੀਗੇ। ਪੈਸੇ ਤਾਂ ਅੱਗੇ ਹੀ ਘੱਟ ਆ ਆਪਣੇ ਕੋਲ, ਜਿਹੜੇ ਨਵੇਂ ਲੋਕੀ ਆਏ ਹੁੰਦੇ ਆ, ਸੋ ਉਹ ਦਿੰਦੇ ਨਹੀਂ ਸੀਗੇ, ਹੈ ਨਾ। ਜਦੋਂ ਇੱਕ ਵਾਰੀ ਐਕਸਪਾਇਰ ਹੋ ਗਿਆ, ਅਸੀਂ ਕਹਿੰਦੇ ਚਾਹੇ ਐਕਸਪਾਇਰ ਹੋਇਆ ਵੀ ਹੋਵੇ, ਯੂ ਕੈਨ ਨਾਟ ਸੈਂਡ ਪੀਪਲ ਫॉर ਰਿਡੰਡੈਂਟ ਇੰਗਲਿਸ਼ ਲੈਂਗੁਏਜ ਟੈਸਟ, ਕਿਉਂਕਿ ਡਿਸਕਰੇਜ ਸੇ ਅਸੀਂ ਕਾਫੀ ਸਾਰੀ ਰੈਡ ਟੇਪ ਕੱਟਤੀ ਤੇ ਉਹਨਾਂ ਨੂੰ ਆਪਦੇ ਜਿਹੜੇ ਵੈਬਸਾਈਟ ਆ ਉਹਨਾਂ ਦੇ ਉੱਤੇ ਕਲੀਅਰ ਇੰਸਟਰਕਸ਼ਨਸ ਆ ਹੁਣ। ਸੋ ਇਫ ਯੂ ਆਰ ਅ ਫੋਰਨ ਟ੍ਰੇਨ ਪ੍ਰੋਫੈਸ਼ਨਲ, what you have to do, so step by step instructions, they had to redo their website। ਸੋ ਆਪਾਂ ਉਹਨਾਂ ਨੂੰ ਫੰਡਿੰਗ ਵੀ ਪ੍ਰਦਾਨ ਕੀਤੀ। ਤੇ ਮੇਰੀ ਜਿਹੜੀ ਸਭ ਤੋਂ ਵੱਡੀ ਅਕੰਪਲਿਸ਼ਮੈਂਟ ਹੈਗੀ ਹੈ, ਜਿਹੜੀ ਦਿਸ ਇਜ਼ ਦ ਬਿਗੇਸਟ ਫੈਦਰ ਇਨ ਮਾਈ ਕੈਪ, ਕਿ ਲਾਸਟ ਈਅਰ ਔਨ July 1st, 2025 I made an announcement that for foreign trained professionals in these 29 occupations, the regulators cannot ask you for Canadian work experience. Right. So if you are a teacher, say in India or in Switzerland or anywhere in the world, you come here, you apply for a license, how can you get Canadian work experience? That's like catch-22. So they cannot ask you, but you must have 2 years of experience from your own country, from your back home. That makes, honestly, this is really nice, because ਆਪਾਂ ਦੇਖਦੇ ਜਿਵੇਂ ਫੋਰਨ ਤੋਂ ਲਾਈਕ ਆਈ ਨੋ ਲਾਈਕ ਫਰਮ ਪੀਪਲ ਫਰਮ ਇੰਡੀਆ, ਉਹਨਾਂ ਨੇ BTech ਕੀਤੀ ਹੁੰਦੀ ਹੈ, ਉੱਥੇ ਜੌਬ ਤੇ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਹੈ, ਬਟ ਇੱਥੇ ਆਉਂਦੇ ਆ ਬਟ ਸਾਰੇ ਊਬਰ ਚਲਾ ਰਹੇ ਹੁੰਦੇ, ਬਿਕੋਜ਼ ਇਟਸ ਸੋ ਹਾਰਡ ਟੂ ਲੈਂਡ ਇਨ ਦੇਅਰ ਓਨ ਜੌਬਸ। ਬਟ ਆਈ ਥਿੰਕ ਫਰਮ ਦਿਸ ਪ੍ਰੋਗਰਾਮ it will make things easier for everybody and then land into your own jobs. And with this Look West strategy that we have launched, it's going to open 1 million jobs in the next 10 years. Oh, sari tech sectors de vich jobs hai, engineers, technologists, architects. So we want people ki jehde itthe hege ਉਹਨਾਂ ਕੋਲ licenses ਹੋਣ। At the same time, ਹੁਣ ਤੁਹਾਨੂੰ ਕੀ ਲੱਗ ਰਿਹਾ ਵੈਂਕੂਵਰ ਦੇ ਕਰੰਟ ਇਸ਼ੂਜ਼ ਕੀ ਚੱਲ ਰਹੇ ਹੈਗੇ ਆ? ਵੈਨਕੂਵਰ ਦੇ ਵਿੱਚ ਆਪਾਂ ਜਿਹੜੇ ਅਨਰਿਜ਼ੋਲਵਡ ਹੈ। ਹਾਂਜੀ, ਸੋ ਆਫ ਕੋਰਸ ਅਫੋਰਡੇਬਿਲਿਟੀ ਇਜ਼ ਵਨ ਬਿਗ ਥਿੰਗ, ਬਟ ਰੈਂਟਸ ਹੈਵ ਨੈਵਰ ਬੀਨ ਸੋ ਡਾਊਨ। ਸੋ ਜਿਹੜੀ ਸਾਡੀ ਗਵਰਨਮੈਂਟ ਹੈਗੀ ਹੈ, ਅਸੀਂ ਹਾਊਸਿੰਗ ਅਫੋਰਡੇਬਿਲਿਟੀ ਕਾਫੀ ਕੀਤੀ ਹੈ, ਹੁਣ ਰੈਂਟ 14% ਡਾਊਨ ਆ ਗਏ ਹੈਗੇ ਹੈ, ਐਂਡ ਵੀ ਹੈਵ ਮੋਰ ਅਵੇਲੇਬਿਲਿਟੀ ਆਫ affordable housing, supportive housing, and housing and affordability and good education is always on the first priority. And of course we are very tough on criminals. So our government has never been so tough on criminals. ਤੁਸੀਂ ਦੇਖਿਆ ਵੀ ਹੋਣਾ ਆਪਾਂ extortion ਨੂੰ ਵੀ ਕਿੱਦਾਂ ਹੁਣ ਨੱਥ ਪਾਤੀ ਹੈਗੀ ਹੈ ਨਾ, ਕਿੰਨੇ ਲੋਕਾਂ ਨੂੰ ਆਪਾਂ ਭੇਜਿਆ ਵਾਪਸ। And crime and safety, we are hiring more police officers and making our communities safe. Drug situation ਜਿਹੜੀ ਵੈਂਕੂਵਰ ਦੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? So we have a lot of actually ਜਿਹੜੇ involuntary care programs now. ਤੇ ਇਹ ਜਿਹੜੇ ਲੋਕੀ ਹੈਗੇ ਜਿਨ੍ਹਾਂ ਨੂੰ ਹੈ ਨਾ ਮੈਂਟਲ ਹੈਲਥ ਦੀ
ਸਪੋਰਟ ਦੀ ਲੋੜ ਆ, ਐਡਿਕਸ਼ਨ ਕੰਟਰੋਲ ਦੀ ਜਿਹੜੀ ਲੋੜ ਹੈਗੀ ਹੈ, ਸੋ ਉਹਦੇ 'ਚ ਕਾਫੀ ਜ਼ਿਆਦਾ ਇਨਵੈਸਟਮੈਂਟਸ ਹੋਈਆਂ। ਆਸਮ। ਤੇ ਲਾਸਟਲੀ ਹੁਣ ਤੁਸੀਂ ਦੱਸੋ ਨੈਕਸਟ ਆਉਣ ਵਾਲੇ ਟਾਈਮ 'ਚ ਤੁਹਾਡੇ 5 ਸਾਲਾਂ ਦੇ ਕੀ ਪਲਾਨ ਹੈਗੇ ਆ? ਸਕਾਈ ਇਜ਼ ਦ ਲਿਮਿਟ ਫਸਟ ਆਫ ਆਲ, ਹੈ ਨਾ। ਹਾਂਜੀ, ਜਿਹੜਾ ਮੇਰਾ ICRA ਹੈਗਾ, ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਰੈਕਗਨੀਸ਼ਨ ਐਕਟ, ਉਹਦੇ ਅਸੀਂ ਵੀ ਆਰ ਹੋਲਡਿੰਗ ਅ ਲੋਟ ਆਫ ਟਾਊਨ ਹਾਲਸ ਤਾਂ ਕਿ ਅਵੇਅਰਨੈਸ ਹੋਵੇ ਲੋਕਾਂ ਨੂੰ ਕਿ ਉਹਨਾਂ ਨੂੰ ਲਾਇਸੈਂਸ ਮਿਲ ਸਕਦਾ ਹੈ ਤਾਂ ਕਿ ਉਹ ਕਰਨ। ਸੋ ਕੀ ਚੇਂਜਸ ਆਈਆਂ, ਆਈ ਐਮ ਮੀਟਿੰਗ ਵਿਦ ਦ ਰੈਗੂਲੇਟਰਸ ਕਿ ਜਿਹੜੇ ਰੈਗੂਲੇਟਰਸ ਹੈਗੇ ਆ ਉਹ ਕੰਪਲਾਈ ਕਰ ਰਹੇ ਕਿ ਨਹੀਂ, ਉਹ ਦੇ ਵੀ ਰਹੇ ਲਾਇਸੈਂਸ ਕਿ ਨਹੀਂ। ਸੋ ਦੇ ਆਰ ਸੈਂਡਿੰਗ ਮੀ ਡੇਟਾ every month and we publish data every 6 months ਵੀ ਕਿੰਨੇ ਫੋਰਨ ਟ੍ਰੇਨ ਪ੍ਰੋਫੈਸ਼ਨਲਸ ਨੇ ਅਪਲਾਈ ਕੀਤਾ ਸੀ ਲਾਇਸੈਂਸਿੰਗ ਲਈ, ਕਿੰਨਿਆਂ ਨੂੰ ਮਿਲਿਆ, ਤੇ ਜੇ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ। ਸੋ ਹਾਊ ਕੈਨ ਵੀ ਬ੍ਰਿਜ ਦੋਜ਼ ਗੈਪਸ। ਸੋ ਮੇਰਾ ਜਿਹੜਾ ਮੋਟਿਵ ਹੈਗਾ ਆਫ ਕੋਰਸ ਐਟ ਦ ਬਿਗਰ ਲੈਵਲ ਬ੍ਰਿਟਿਸ਼ ਕੋਲੰਬੀਅਨਸ ਦੇ ਲਈ ਕਿ ਹਾਊ ਟੂ ਕਲੋਜ਼ ਦੋਜ਼ ਟ੍ਰੇਨਿੰਗ ਗੈਪਸ, ਹੈ ਨਾ, fill up those gaps। ਹਾਂਜੀ, ਤੇ ਤਾਂ ਕਿ ਸਾਰੇ ਜਣੇ ਇੱਥੇ ਆਪਦੇ ਆਕੂਪੇਸ਼ਨ ਦੇ ਵਿੱਚ ਕੰਮ ਕਰਨ ਐਂਡ ਪ੍ਰੋਸਪੈਰਿਟੀ ਉਹਨਾਂ ਨੂੰ ਮਿਲੇ। ਰਾਈਟ, ਐਂਡ ਆਲਸੋ ਵਾਟ ਡਸ ਸਕਸੈਸ ਫॉर ਸੁਨੀਤਾ ਦੀ ਮੀਨਸ ਅੱਜ ਤੋਂ 20 ਸਾਲ ਬਾਅਦ, ਤੇ ਹੁਣ ਉਹੀ ਸਕਸੈਸ ਦਾ ਕੀ ਮੀਨਿੰਗ ਹੈ? ਹਾਂਜੀ, ਥੈਂਕ ਯੂ ਸੋ ਮਚ। ਸੋ MLA in Canada, ਹਾਂਜੀ, in BC is totally different from MLA in ਜਿੱਥੋਂ ਮੈਂ ਆਈ ਹਾਂ, ਜਗਰਾਉਂ। ਹਾਂਜੀ, so here it's all service, it's not a privilege। so ਮੈਨੂੰ ਲੋਕੀ ਕਹਿੰਦੇ ਵੀ ਰਹਿੰਦੇ ਆ, ਉਹ ਤੇਰੇ ਕੋਲ ਸਿਕਿਉਰਿਟੀ ਗਾਰਡ ਹੈ ਨਹੀਂ, ਤੇਰੇ ਕੋਲ ਡਰਾਈਵਰ ਹੈ ਨਹੀਂ। so this is a service job, this is such an eye opening thing ਕਿ ਜਦੋਂ ਤੁਸੀਂ elected official ਬਣਦੇ ਆ ਤੁਹਾਨੂੰ ਪਤਾ ਚੱਲਦਾ ਹੈ ਵੀ how much effort goes into this, how many meetings I attend। so right now I'm not in legislature, I am in my constituency office। so Vancouver Langara ਦੇ ਵਿੱਚ ਮੈਂ ਮਿਲਦੀ ਰਹਿੰਦੀ ਹਾਂ। I have several meetings ਜੋ work safe, work BC ਦੇ ਨਾਲ, ਜਾਂ old age ਜਿਹਨਾਂ ਸੀਨੀਅਰਸ ਦੀਆਂ ਪ੍ਰੋਬਲਮਸ, ਹੈਲਥ ਦੀਆਂ ਇਸ਼ੂਜ਼ ਤੁਸੀਂ ਦੇਖਿਆ ਵੀ ਹੋਣਾ। ਸਾਰੇ ਜੋ ਆਪਣੇ ਕਰ ਸਕਦੇ ਹਾਂ ਆਪਾਂ ਕੰਮ ਐਜ਼ ਐਨ MLA, ਮੇਰੇ ਆਫਿਸ ਦੇ ਬਾਹਰ ਲਿਖਿਆ ਹੋਇਆ ਹੈ, ਤੇ ਕਾਫੀ ਸਾਰੇ ਕੰਸਟੀਚੂਐਂਟਸ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਫੋਲੋ ਅਪ ਕਰਕੇ ਉਹਨਾਂ ਨੂੰ ਹੈਲਪ ਕਰਦੇ ਹਾਂ। ਤੇ ਦੂਸਰਾ, in Vancouver Langara, I just want some stuff accomplished before I retire। so like this is the meaning of success कि मैं Vancouver ਨੂੰ ਇੱਕ different ਉਸ ਤੇ ਲੈ ਕੇ ਜਾਣਾ ਹੈ before I retire level ਤੇ ਲੈ ਕੇ ਜਾਣਾ ਆਪਾਂ। ਹਾਂਜੀ, I want people to remember me by the things that I have done for them। No, that's true। No, and I think people will, because you have like really sweet personality and then you get the work done as well। ਐਂਡ ਜਿੱਦਾਂ ਹੁੰਦਾ ਨਹੀਂ, ਜੋ ਤੋਂ ਪ੍ਰੇਮ ਖੇਲਣ ਦਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਉੱਦਾਂ ਹੀ ਜਿਹੜੇ ਗੁਰੂ ਗੋਬਿੰਦ ਸਾਹਿਬ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਕੋਈ ਰਸਤਾ ਇਹੋ ਜਿਹਾ ਚੁਣਦੇ ਹੋ ਤੁਸੀਂ ਆਪ ਦੀ ਪਰਵਾਹ ਨਹੀਂ ਕਰਦੇ। I have not taken a day off since I got elected। ਚਾਹੇ ਵੀਕਐਂਡ ਵੀ ਹੁੰਦਾ, my calendar always fills up with events and meetings and maybe door knocking. If I have nothing else, I just go door knock and talk to people। so I have not taken any day off, and I don't care about my own health. I want everybody to feel happy। That's nice। Great। Lovely। Any last message for the women who are listening today? So I would say that a woman is a creation of God that is so resilient, so powerful। we can do anything we can set our mind to। ਆਪਾਂ ਤੁਸੀਂ ਇੱਦਾਂ ਨਾ ਸੋਚੋ ਵੀ ਤੁਸੀਂ ਫਿਜ਼ੀਕਲੀ ਜੇ ਵੀਕਰ ਲੱਗਦੇ ਹੋ, ਪਰਮਾਤਮਾ ਨੇ ਆਪਾਂ ਨੂੰ ਉਹੀ ਮੈਂਟਲ ਸਟਰੈਂਥ ਦਿੱਤੀ ਹੋਈ ਹੈ। ਸੋ I am a very small person actually, but I can move mountains, I can do anything if I put my mind to, and so can you। so don't let anybody tell you that you cannot do it। Lovely message। That's really nice। Thank you so much ਤੁਸੀਂ ਅੱਜ ਟਾਈਮ ਦਿੱਤਾ। It was a great discussion। Thank you। ਤੇ ਨੈਕਸਟ ਐਪੀਸੋਡ ਆਪਾਂ ਜ਼ਰੂਰ ਇੱਕ ਸਕੈਜੂਲ ਕਰਾਂਗੇ ਜਿਹਦੇ ਵਿੱਚ ਆਪਾਂ ਵੈਨਕੂਵਰ ਸਪੈਸੀਫਿਕ ਗੱਲਬਾਤ ਕਰਾਂਗੇ। ਵੈਨਕੂਵਰ ਦੇ ਆਉਣ ਵਾਲੇ ਟਾਈਮ 'ਚ ਕੀ ਪਲਾਨਸ ਨੇ, ਕਿੱਦਾਂ ਤੁਹਾਡੀ ਪਾਰਟੀ ਵੈਨਕੂਵਰ ਦੀ ਸਕਸੈਸ ਜਾਂ ਉਹਦੀ ਗਰੋਥ ਵਾਸਤੇ ਕੰਮ ਕਰ ਰਹੀ ਹੈਗੀ ਆ। ਸੋ ਜਿਹੜਾ ਵੈਨਕੂਵਰ ਲੰਗਿਆਰਾ ਜਿੱਥੇ ਆਪਾਂ ਬੈਠੇ ਹਾਂ, ਹੈ ਨਾ, ਦਿਸ ਇਜ਼ ਵਨ ਆਫ ਦ ਮੋਸਟ ਡਿਵਰਸ ਏਰੀਆ ਇਨ BC। ਕੈਨ ਯੂ ਇਮੈਜਿਨ ਵੀ ਇੱਥੇ ਜਿਹੜੇ ਅਸੀਂ ਕਰਦੇ ਹਾਂ, ਹੈ ਨਾ, ਆਪਣਾ ਸਰਵੇ, non-English speakers
from all over the world ਇੰਨੇ ਜ਼ਿਆਦਾ ਹੈ Right. so I have a huge presence of Chinese Canadians, South Asian Canadians, Filipino Canadians, Jewish Canadians, and a lot of other countries, Mexicans, Right. Spanish Canadians. So when I work as their MLA, मैं सिर्फ ये नहीं सोचती कि भी है ना I'm working for South Asians or Canadians. I think about all of them. Yeah. So ਮੈਂ ਉਹਨਾਂ ਦੀਆਂ ਸਾਰਿਆਂ ਦੇ ਇਵੈਂਟਸ ਤੇ ਵੀ ਜਾਣੀ ਰਹਿੰਦੀ ਹੈ, ਉਹਨਾਂ ਨੂੰ ਕਲਚਰਲੀ ਅਪਰੋਪਰੀਏਟ ਮਟੀਰੀਅਲਸ ਵੀ ਮੰਗਾ ਕੇ ਆਪਾਂ ਦੇਦੇ ਦੇਖਦੇ ਹਾਂ ਤੁਹਾਡੇ ਇੰਸਟਾਗ੍ਰਾਮ ਤੇ ਹਾਂਜੀ that you go to their events. ਹਾਂਜੀ No, that's sweet, and I guess इसीलिए लोग के थोड़े नाल जुड़े हुए हैं. ਹਾਂਜੀ so face of British Columbia is not any ethnic face है ना you have to think beyond these barriers पे ਆਪਾਂ ਕਿੱਥੋਂ ਆਏ ਆਪਾਂ ਹੁਣ ਬ੍ਰਿਟਿਸ਼ ਕੋਲੰਬੀਅਨਸ ਬਣ ਕੇ ਸੋਚੀਏ ਹਾਂਜੀ, no, ਹਾਂਜੀ। that's true. I think it was a lovely podcast. Yeah, it was a great conversation. Thank you so much, Sunita ji. ਬਹੁਤ ਬਹੁਤ ਧੰਨਵਾਦ ਤੁਹਾਡਾ. ਵੱਧ ਘੱਟ ਬੋਲਿਆ ਹੋਵੇ ਨਹੀਂ, ਤੁਸੀਂ ਨਹੀਂ। ਮੈਨੂੰ ਸਾਰੀ ਹੈ ਮੈਂ ਜੀ No, I think it was like lovely conversation, honestly. Yeah. So ਇਹ ਸੀਗਾ ਜੀ ਅੱਜ ਦਾ ਪੋਡਕਾਸਟ. Thank you so much for listening. ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ. Till then, good luck.